हेलो स्टूडेंट्स, वेलकम टू टीवी स्कूल। ਅੱਜ ਅਸੀਂ ਕੰਜ਼ਰਵੇਸ਼ਨ ਆਫ એનર્ਜੀ ਇਨ ਇੰਟਰਫੇਰੈਂਸ ਕਰਨਾ ਹੈ। ਠੀਕ ਹੈ, ਲਾਸਟ ਟਾਈਮ ਅਸੀਂ ਇੰਟਰਫੇਰੈਂਸ ਦੀ ਕੁਝ ਟਰਮਸ ਕੀਤੇ ਸੀ, ਕੰਸਟਰਕਟਿਵ ਤੇ ਡਿਸਟਰਕਟਿਵ ਇੰਟਰਫੇਰੈਂਸ। ਠੀਕ ਹੈ, ਤੇ ਹੁਣ ਦੇਖੋ ਕੰਜ਼ਰਵੇਸ਼ਨ ਆਫ એનર્ਜੀ ਇਨ ਇੰਟਰਫੇਰੈਂਸ ਹੈ ਕਿ ਪਾਰਟਿਕੂਲਰਲੀ ਕੰਜ਼ਰਵੇਸ਼ਨ ਦਾ ਨਾਮ ਤੋਂ ਹੀ ਪਤਾ ਚੱਲ ਰਿਹਾ। ਕੰਜ਼ਰਵੇਸ਼ਨ ਦਾ ਮਤਲਬ ਕੀ ਹੁੰਦਾ ਹੈ? ਕੰਜ਼ਰਵੇਸ਼ਨ ਆਫ એનર્ਜੀ means total energy in case of conservation, means total energy in case of conservation in case of interference would be same ਹੋਣੀ ਚਾਹੀਦੀ ਹੈ। ਹੁਣ ਆਪਾਂ ਕੁਝ ਕੰਡੀਸ਼ਨਸ ਬਣਾ ਲਈਆਂ। ਆਪਾਂ ਕਿਹਾ ਕਿ ਆਪਾਂ ਦੋ ਅਲੱਗ-ਅਲੱਗ ਫਾਰਮ 'ਚ ਦੇਖੀਏ। ਫੋਰ ਐਗਜ਼ਾਮਪਲ ਸਾਡੇ ਕੋਲ ਇੱਕ ਲਾਈਟ ਸੋਰਸ ਹੈ, ਦੋ ਲਾਈਟ ਸੋਰਸ ਹੈ, ਇੱਕ ਦੀ ਇੰਟੈਂਸਿਟੀ I1 ਤੇ ਦੂਸਰੇ ਦੀ ਇੰਟੈਂਸਿਟੀ I2। ਇਸ ਫਾਰਮ 'ਚ ਦੋ ਲਾਈਟਾਂ ਨੇ। ਠੀਕ ਹੈ, ਦੋ ਅਲੱਗ-ਅਲੱਗ ਇੰਟੈਂਸਿਟੀ ਦੀਆਂ I1 ਤੇ I2। ਹੁਣ ਦੇਖੋ ਆਪਾਂ ਕਿਹਾ ਇਹਦੀ ਮੈਕਸਿਮਮ ਕੰਡੀਸ਼ਨ ਕੀ ਬਣ ਸਕਦੀ ਹੈ? ਦੋਨਾਂ ਦੀ ਮੈਕਸਿਮਮ ਕੰਡੀਸ਼ਨ ਇਹ ਬਣੇਗੀ ਦੋਨਾਂ ਦਾ ਐਂਪਲੀਟਿਊਡ ਐਡ ਹੋ ਜਾਏਗਾ ਤੇ ਉਹਦਾ ਸਕੁਅਰ ਇੰਟੈਂਸਿਟੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਂਪਲੀਟਿਊਡ ਦਾ ਸਕੁਅਰ ਹੁੰਦਾ ਹੈ। ਇੰਟੈਂਸਿਟੀ ਦਾ ਫਾਰਮੂਲਾ ਕੀ ਹੁੰਦਾ ਜਨਰਲੀ? ਆਪਾਂ ਲਾਸਟ ਲੈਕਚਰ ਵਿੱਚ ਕੀਤਾ ਸੀਗਾ, ਇੰਟੈਂਸਿਟੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਂਪਲੀਟਿਊਡ ਸਕੁਅਰ। ਇਹਦਾ ਮਤਲਬ ਮੈਕਸਿਮਮ ਕੰਡੀਸ਼ਨ ਵਾਸਤੇ ਅਗਰ ਦੋ ਅਲੱਗ-ਅਲੱਗ ਨੇ, ਇਹਦਾ ਐਂਪਲੀਟਿਊਡ ਅਗਰ A1 ਹੈ ਤੇ ਇਹਦਾ ਐਂਪਲੀਟਿਊਡ ਅਗਰ A2 ਹੈ, ਇਹ ਦੋਨਾਂ ਦਾ ਐਂਪਲੀਟਿਊਡ ਦਾ addition the whole square. Clear? Imax is A1 plus A2 the whole square. Similarly intensity at minimum वास्ते क्या होगा? दोनों ਨੂੰ subtract करके ਉਹਦਾ whole square. Clear? अगर अपन intensity as an average करिए, it is directly proportional to Imax plus I minimum divided by 2, which is directly proportional to, अगर मैं Imax ਦੀ वैल्यू पुट करा तो चलो ਇਹਨੂੰ मैं कर ही देना ਇੱਥੇ। Imax ਦੀ वैल्यू कंडीशन पुट करिए, एक ही बन जाएगा A1 प्लस A2 दा होल स्क्वायर प्लस A1 माइनस A2 दा होल स्क्वायर डिवाइड बाय 2। ਹੁਣ A प्लस B ਦਾ ਹੋਲ ਸਕੁਅਰ ਕੀ ਹੁੰਦਾ ਹੈ? A स्क्वायर प्लस B स्क्वायर प्लस 2AB। ਤੇ ਇਹਦਾ ਕੀ ਹੋਊਗਾ? A स्क्वायर प्लस B स्क्वायर माइनस 2AB। ਇੱਥੇ प्लस 2AB ਇਹਦਾ माइनस 2AB ਆਪਸ ਵਿੱਚ ਕੈਂਸਲ ਹੋ ਗਏ। ਸਾਡੇ ਕੋਲ ਕੀ ਰਹਿ ਜਾਏਗਾ? ਸਿਰਫ A स्क्वायर plus b square plus a square plus b square means 2 times a square a1 square plus 2 times b square upon 2 means generally ਸਾਡੇ ਕੋਲ a1 square plus a2 square ही बचेगा। ठीक है, अगर इधर 2 कॉमन लेके डिवाइड कर देंगे। ये क्लियर है? ये जनरल मैथमेटिकल टर्म्स ही। फिर तो देखो a square plus b square plus 2ab a square plus b square minus 2ab आपस कट हो गए। ਸਾਡੇ ਕੋਲ ਕੀ ਰਹਿ ਜਾਏਗਾ? a1 square plus a2 square। इधरों भी a1 square plus A2 स्क्वायर मतलब कि 2 टाइम A1 स्क्वायर प्लस 2 टाइम A2 स्क्वायर। दोनों जो 2 कॉमन लिया, नीचे 2 ऊपर 2, दोनों आपस कट हो गए। ਸਾਡੇ ਕੋਲ ਕੀ ਰਹਿ ਜਾਏਗਾ? A1 स्क्वायर प्लस A2 स्क्वायर। ਹੁਣ ਦੇਖੋ ਅਗਰ ਇਹਨਾਂ ਵਿੱਚ ਆਪਾਂ ਇੱਕ ਜਨਰਲ ਕੰਡੀਸ਼ਨ ਲਈਏ, if there is no interference between the light waves and the two sources, ਇਹਨਾਂ ਵਿੱਚ ਕੋਈ ਵੀ ਇੰਟਰਫੇਰੈਂਸ ਨਹੀਂ ਹੋ ਰਹੀ। ਅਗਰ ਇਹਨਾਂ ਵਿੱਚ ਕੋਈ ਇੰਟਰਫੇਰੈਂਸ ਹੋਈ ਨਹੀਂ ਰਹੀ, ਮਤਲਬ ਨਾ ਹੀ ਮੈਕਸਿਮਮ ਬਣਾ ਰਿਹਾ ਨਾ ਹੀ ਮਿਨੀਮਮ ਬਣਾ ਰਿਹਾ, ਤਾਂ ਇੰਟੈਂਸਿਟੀ ਜਿਹੜੀ ਹੈਗੀ ਇਟ ਵੁੱਡ ਬੀ ਸੇਮ। ਇੰਟੈਂਸਿਟੀ ਸੇਮ ਰਹੇਗੀ, ना ही मैक्सिमम ना ही मिनिमम। ਇਹਦਾ ਮਤਲਬ ਇੰਟੈਂਸਿਟੀ ਦੀ ਜਨਰਲ ਵੈਲਿਊ ਕੀ ਹੋ ਜਾਊਗੀ? ਕੰਬੀਨੇਸ਼ਨ ਆਫ I1 I2, ਕਿਉਂਕਿ ਦੋਨੋਂ ਸਾਨੂੰ ਦੋ ਲਾਈਟ ਸੋਰਸ ਸਾਨੂੰ ਕੰਬਾਈਨ ਕਰਕੇ ਮਿਲ ਰਹੀ ਹੋਣਗੀ। ਉਹਨਾਂ ਦੀ ਇੰਟੈਂਸਿਟੀ I1 I2 ਦੋਨੋਂ ਦੀ ਇੰਟੈਂਸਿਟੀ ਕੰਬਾਈਨ ਕਰਕੇ ਮਿਲੇਗੀ I1 I2। ਹੁਣ I1 ਦੀ ਵੈਲਿਊ A1 ਸਕੁਅਰ, I2 ਦੀ ਵੈਲਿਊ ਵੀ A2 ਸਕੁਅਰ। ਪਰ ਆਪਾਂ ਲੌਜੀਕਲੀ ਦੇਖੀਏ ਰਿਜ਼ਲਟ ਤਾਂ ਸੇਮ ਆ ਰਿਹਾ, ਰਿਜ਼ਲਟ ਤਾਂ ਸੇਮ ਆ ਰਿਹਾ। ਅਗਰ ਆਪਾਂ ਕੰਡੀਸ਼ਨ ਲਈਏ ਕਿ ਮੈਕਸਿਮਾ ਬਣਾ ਰਿਹਾ ਤੇ ਮਿਨੀਮਾ ਬਣਾ ਰਿਹਾ, ਤਾਂ ਵੀ ਸਾਡੇ ਕੋਲ ਰਿਜ਼ਲਟ ਜਿਹੜਾ ਰਿਹਾ सेम आ रहा। ਆਪਾਂ अगर कहिए कि वो मैक्सिमम मिनिमम नहीं बना रहा, ठीक है, देयर इज नो इंटरफेरेंस बिटवीन द लाइट वेव्स, ਤਾਂ ਵੀ ਉਹਦਾ ਰਿਜ਼ਲਟ ਜਿਹੜਾ ਹੈ दैट इज इक्वल टू A1 स्क्वायर प्लस A2 स्क्वायर आ रहा है। ਇਹਦਾ ਮਤਲਬ देयर इज नो वायलेशन, देयर इज नो वायलेशन इंटरफेरेंस and hence it follows law of conservation of energy। ਹੁਣ ਆਪਾਂ ਨੈਕਸਟ ਟਰਮ ਜਿਹੜੀ ਕਰਨੀ ਹੈ, that is ratio of intensity of maxima and minima। ratio of intensity of maxima and minima, ratio of intensities maxima। for example ਸਾਡੇ ਕੋਲ Imax ਦੀ ਵੈਲਿਊ ਕੀ ਸੀਗੀ? Imax ਦੀ ਵੈਲਿਊ ਸੀ that is A1 plus A2 ਦਾ ਹੋਲ ਸਕੁਅਰ। ਇਹੀ ਪੜ੍ਹੀ ਆਪਾਂ, Imax is A1 plus A2 ਦਾ ਹੋਲ ਸਕੁਅਰ। ਸਿਮਿਲਰਲੀ I minimum ਦੀ ਵੈਲਿਊ A1 minus A2 ਦਾ ਹੋਲ ਸਕੁਅਰ। ratio means 1 divided by 2 I max divided by I minimum, which is equal to A1 plus A2 the whole square upon A1 minus A2 the
होल स्क्वायर। अगर आप इधरों दी a1 स्क्वायर कॉमन ले लिए, a1 स्क्वायर दोनों चों दी कॉमन ले लिए, साढ़े कोल की बचेगा 1 प्लस a2 बाई a1 दा होल स्क्वायर, 1 माइनस a2 बाई a1 दा होल स्क्वायर। ए कट गए, ए की आ गया साढ़े कोल 1 प्लस a2 बाई a1 अपॉन 1 माइनस a2 बाई a1 दा होल स्क्वायर है। ਹੁਣ अगर ਤੁਸੀਂ ਧਿਆਨ ਨਾਲ ਦੇਖੋਗੇ ਇਹ ਜਿਹੜੀ ਰੇਸ਼ੀਓ ਹੈ ਇਹਨੂੰ ਆਪਾਂ ਨਵਾਂ ਨਾਮ ਦੇਣਾ, that is called amplitude ratio, ratio of a2 to a1, that is called amplitude ratio, ratio of a1 to a2। ਇੱਕ ਟਰਮ ਕਰਨੀ ਆਪਾਂ a1 ਜਿਹੜੀ ਸਟੈਂਡਰਡ ਰੱਖਣੀ ਹੈ, that is called amplitude ratio। ਇਹਨੂੰ ਕੀ ਕਰਨਾ ਆਪਾਂ amplitude ratio। ਇਹਨੂੰ ਥੋੜਾ ਹੋਰ ਸਿੰਪਲੀਫਾਈ ਕਰੀਏ, ਇਹਨੂੰ ਅਗਰ ਹੋਰ ਸਿੰਪਲੀਫਾਈ ਕਰੀਏ ਇਹ ਬਣ ਜਾਏਗੀ ਟਰਮ ਸਾਡੀ I max divided by I minimum, it is equivalent to a1 upon a2 plus 1 the whole square upon a1 upon a2 minus 1 the whole square। अगर ਆਪਾਂ रीअरेंज करिए ਇਹਨੂੰ ਤਾਂ ठीक है, मीन्स टू से अगर ਆਪਾਂ उल्टा कर दिए ਇਹਨੂੰ ਤਾਂ ठीक है। उल्टा ਕਰਨ ਦਾ ਮਤਲਬ ਇਹ ਹੈ ਕਿ ਅਗਰ ਆਪਾਂ चलो इनू मैं उसी फॉर्म च कर देना ताकि तुहानू कंफ्यूजन ना होवे, ठीक है। बाद ही कर देंगे। एक किहड़ी टर्म बन गई, एक ही बन गई साडे कोल 1 प्लस 1 बाय आर दा होल स्क्वायर अपॉन 1 माइनस 1 बाय आर दा होल स्क्वायर। इनू सिंपलीफाई किया, एक ही बन जाएगा आर प्लस 1 अपॉन आर दा होल स्क्वायर अपॉन आर माइनस 1 अपॉन आर दा होल स्क्वायर। इस आर नाल ए वाला आर कट गया, साडे कोल जिहड़ी रेशियो आई उस रेशियो की वैल्यू क्या गई आई मैक्स डिवाइड बाय आई मिनिमम इज इक्वल टू आर प्लस 1 द होल स्क्वायर अपॉन आर माइनस 1 द होल स्क्वायर। एक क्लियर टर्म, दिस इज द इंटेंसिटी रेशियो, एम्पलीट्यूड रेशियो ऑफ टू टर्म्स R1 अपॉन R2। हुण जिहड़ी नेक्स्ट टर्म आपां करनी है दैट इज इंटरफेरेंस इन थिन फिल्म, ਇੰਟਰਫੇਰੈਂਸ ਇਨ ਥਿਨ ਫਿਲਮ। ਤੁਸੀਂ ਦੇਖਿਆ ਹੋਵੇਗਾ ਬਾਰਿਸ਼ ਦੇ ਮੌਸਮ ਦੇ ਵਿੱਚ ਜਿਵੇਂ ਬਾਰਿਸ਼ ਤੋਂ ਬਾਅਦ ਜਾਂ ਕਈ ਵਾਰ ਪਾਣੀ ਦੀ ਬੂੰਦਾਂ ਵਿੱਚੋਂ ਸਾਨੂੰ ਕਲਰਸ ਦਿਖਣੇ ਸ਼ੁਰੂ ਹੋ ਜਾਂਦੇ ਆ, ਅਲੱਗ-ਅਲੱਗ ਤਰ੍ਹਾਂ ਦੇ ਕਲਰਸ ਦਿਖਦੇ ਆ। ਜਾਂ ਫਿਰ ਆਪਾਂ ਐਵੇਂ ਵੀ ਕਹਿ ਸਕਦੇ ਹਾਂ ਕਿ ਜਿਵੇਂ ਆਇਲ ਡ੍ਰੌਪਲੇਟਸ ਹੋ ਜਾਂਦੇ ਆ, ਠੀਕ ਹੈ, ਉਹਨਾਂ ਵਿੱਚ ਵੀ ਸਾਨੂੰ ਕਲਰ ਦਿਖਦੇ ਆ। ਉਹ ਕਿਉਂ ਦਿਖਦੇ? ਬਿਕੋਜ਼ ਆਫ ਇੰਟਰਫੇਰੈਂਸ। ਉਸ ਥਿਨ ਫਿਲਮ ਦੇ ਉੱਤੇ ਇੱਕ ਇੰਟਰਫੇਰੈਂਸ ਆ ਜਾਂਦੀ ਹੈ, ਅਲੱਗ-ਅਲੱਗ ਕਲਰ ਦਿਖਣੇ ਸ਼ੁਰੂ ਹੋ ਜਾਂਦੇ ਆ। ਉਹੀ ਆਪਾਂ ਪੜ੍ਹਨਾ ਉਹ ਕਿਉਂ ਦਿਖਦੇ ਹੈਗੇ ਆ, ठीक है। ਉਹਦਾ ਮੇਨ ਕਾਰਨ ਇਹ ਹੁੰਦਾ ਕਿ ਉਹਦੇ ਵਿੱਚ ਐਕਸਟਰਾ ਪਾਥ ਵੇਵਲੈਂਥ ਇੱਕ ਐਡ ਹੋ ਜਾਂਦੀ ਹੈ ਰਿਫਲੈਕਟ ਕਰਨ ਤੋਂ ਬਾਅਦ, ਠੀਕ ਹੈ। ਚਲੋ ਇਹ ਦੇਖੋ, ਇਹਨੂੰ ਕਰਨ ਲਈ ਦੇਖੋ ਫॉर एग्जांपल ਆਪਾਂ ਇੱਕ ਲੇਅਰ ਚੱਕ ਲਈ, फॉर एग्जांपल दिस इज द लेयर ऑफ थिन फिल्म। कोई भी थिन फिल्म ली ਉਹਦੀ ਇੱਕ लेयर मैं काफ़ी एनलार्ज करके बना रहा। दिस इज द थिकनेस, दिस इज द थिकनेस ऑफ थिन फिल्म, ठीक। From one medium to another medium we can say this is the air and this is any medium, air and any medium। इधरों दी देखो कुछ लाइट पार्शली रिफ्लेक्ट करेगी, ठीक है, तो कुछ रिफ्लेक्ट करेगी। रिफ्लेक्ट करने तो बाद फिर तो ये लाइट जी है ये करेगी पार्शली रिफ्लेक्ट तो पार्शली रिफ्लेक्ट करेगी, ठीक है, एंड सो ऑन। ਹੁਣ इधरों ਦੀ फिर तो लाइट दोनों पैरेलल जाएंगे, ठीक। इधरों ਦੀ जब ये बाहर जाएगी, क्लियर है। इस रीजन ਨੂੰ ਇਹ फॉर एग्जांपल ਸਾਡੇ ਕੋਲ कोई भी लाइट P, इस रीजन ਨੂੰ ਆਪਾਂ ਕਹਾਂਗੇ रिफ्लेक्टेड रीजन। लाइट रिफ्लेक्ट कर रही है, ठीक है, रिफ्लेक्टेड पोर्शन। ए पोर्शन दैट इज ट्रांसमिटेड रीजन, और वी कैन से T1 ते T2 नॉर्मल, क्लियर। इन्हों अपना नाम देता R1 एंड R2। इतना क्लियर है। हुण देखो अपना करना की है, इधर लाइट गई टकरा के वापस चली गई। अगर टकरा के वापस गई ये मतलब इतने कोई एंगल बनया होगा, उस एंगल को अपन नाम देता है एंगल ऑफ इंसिडेंस I, ते भी की होगा I,
क्लियर है। दिस एंगल इज रिफ्लेक्टिव एंगल आर, ए आर, ठीक है। अगर मैं इधर ड्रॉ करूँगा 90 डिग्री, 90 माइनस आर, अगेन ऑल्टरनेटिंग एंगल आर, मतलब ए आर तो ए बी आर, ठीक। हूँ देखो अगर मैं इधरों बिल्कुल स्ट्रेट लाइन ड्रॉ कर दूंगा, ठीक है, ए 90 माइनस आर 90, ए बी क्या होगा अगेन आर, क्लियर। ए आर 90 माइनस आर तो टोटल 90, ए 90 माइनस आर इन्ना भी आर। हूँ देखो अगर मैं एक लॉजिक लगावा, ठीक है, चलो इधरों दी मैं एक डायरेक्टली देखो, ए वाली लाइट इदा गई, ए टकरा के अंदर गई फिर इधर गई, इन्हें इदा मतलब ए वाली लाइट ने जब किसी पर्टिकुलर पॉइंट तक पहुंची होगी उस टाइम ते इत्थे पहुंची होगी, क्योंकि इन्हें एक्स्ट्रा पाथ कवर किया है। इन्हें की किया है, एक एक्स्ट्रा पाथ कवर किया है, दैट इज लैम्डा। हूँ देखो इन्हें आप अगर इधर एक नॉर्मल ड्रॉ करिए, अगर आप इधर एक नॉर्मल ड्रॉ करिए परपेंडिकुलर इस फॉर्म च, तो ਇਹਦਾ मतलब इस पॉइंट ਤੇ इस पॉइंट तो ये लाइट ਜਿਹੜੀਆਂ बिल्कुल सेम फॉलो कर रही हैं, ये ਇਹਦਾ एक्स्ट्रा पाथ दैट इज द पाथ डिफरेंस, ठीक है, ये पाथ डिफरेंस है। अपन नाम देते हैं इनू ए, इनू देता अपन बी, इनू अपन नाम दे देते हैं ये देखो ए आई, ठीक है, ये कितना आ जाएगा 90 माइनस आई, क्योंकि इस फॉर्म च मैं रफली इतने ड्रॉ कर दिंदा, ये कितना आ जाएगा 90 माइनस आई। अगर मैं ये ना ड्रॉ करा ले 90 माइनस आई, ये कितना है हुन नॉर्मल है तो 90 डिग्री, अगर ए 90 माइनस आई तो ये भी कितना होगा आई, क्लियर है टर्म। एक कंसैप्ट ਨੂੰ ਸਮਝਿਓ, ਇਹ ਬੁੱਕਸ ਵਿੱਚ ਜ਼ਿਆਦਾਤਰ ਦਿੱਤਾ ਨਹੀਂ ਹੈ ਪੂਰਾ ਫੁੱਲ ਫਲੇਜ ਡਾਇਗਰਾਮ ਨੂੰ ਐਕਸਪਲੇਨ ਨਹੀਂ ਕੀਤਾ ਹੈ, ਮੈਂ ਤੁਹਾਨੂੰ ਪੂਰਾ ਐਕਸਪਲੇਨ ਕਰ ਰਿਹਾ ਇਸ ਡਾਇਗਰਾਮ ਨੂੰ ਤਾਂ ਕਿ ਤੁਹਾਨੂੰ ਕਲੈਰਿਟੀ ਰਹੇ, ਠੀਕ ਹੈ। ਇਹ ਆਈ 90, ਇਹ 90 ਮਾਈਨਸ ਹੈ, ए एन फॉर एग्जांपल ਆਪਾਂ ਇਧਰੋਂ ਦੀ ਡਾਟਡ ਲਾਈਨਸ ਡਰਾ ਕਰਤੀ, ए ए बी, ਇਹਨੂੰ ਆਪਾਂ C, ਇਹਨੂੰ ਆਪਾਂ ਨਾਮ ਦੇ ਦਿੰਦੇ D, ठीक। ਹੁਣ देखो ਜਿਹੜਾ ਪਾਥ ਡਿਫਰੈਂਸ ਹੈ, ਐਕਸਟਰਾ ਪਾਥ ਜਿਹੜਾ ਉਹ ਕਵਰ ਕਰ ਰਿਹਾ ਹੈ, ਐਕਸਟਰਾ ਪਾਥ ਜਿਹੜਾ ਕਵਰ ਕਰ ਰਿਹਾ, ठीक है। पाथ डिफरेंस, पाथ डिफरेंस इट इज इक्वल टू AC प्लस CB इन मीडियम माइनस AN इन एयर। ਇਹਦਾ ਰਿਫਲੈਕਟਿਵ ਇੰਡੈਕਸ ਸਿਮੂਲੇਟ ਕਰ ਲੈਂਦੇ, ਕਲੀਅਰ। AC प्लस CB इन मीडियम माइनस AN इन एयर। ਹੁਣ ਦੇਖੋ AC ਦੀ ਵੈਲਿਊ ਦੇਖੋ, AC ਦੀ AC ਦੀ ਵੈਲਿਊ ਅਗਰ ਆਪਾਂ ਕੱਢਣੀ ਹੋਵੇ, ਹੁਣ ਲੌਜੀਕਲੀ ਦੇਖੋ ਇਹ ਐਂਗਲ ਦੇਖੋ, ਇਹ ਕੀ ਹੈ R, cos R, cos R ਦੀ ਵੈਲਿਊ ਕੀ ਹੈਗੀ, cos R इज, ਉਹਨੂੰ ਕਰਨ ਤੋਂ ਪਹਿਲੇ ਇੱਕ ਹੋਰ ਲਾਈਨ ਲਿਖ ਲਓ ਇੱਥੇ, ठीक है, ਉਹ ਕੀ ਹੈਗੀ AC plus CB, AC plus CB ਇਹ ਮੀਡੀਅਮ ਵਿੱਚ ਹੈ, ਇਹਦਾ ਰਿਫਲੈਕਟਿਵ ਇੰਡੈਕਸ ਹੈ ਮਿਊ, ਤੇ ਇਹਦਾ ਮਤਲਬ ਅਗਰ ਆਪਾਂ ਇਹਨੂੰ 에ਅਰ ਦੇ ਵਿਦ ਰਿਸਪੈਕਟ ਟੂ ਦੇਖਣਾ ਹੋਵੇ ਤੇ ਇਹ ਆ ਜਾਊਗਾ ਮਿਊ ਟਾਈਮ AC plus CB minus AN। ਇਹ ਸਾਰੇ ਹੁਣ 에ਅਰ ਵਿੱਚ ਆ ਗਏ, ਕਿਹਦੇ ਵਿੱਚ ਆ ਗਏ ਇਨ 에ਅਰ, ਸਾਰੇ ਕਿਹਦੇ ਵਿੱਚ ਆ ਗਏ ਇਨ 에ਅਰ, ਕਲੀਅਰ। ਹੁਣ ਦੇਖੋ ਇਸ ਤੋਂ ਬਾਅਦ AC ਦੀ ਵੈਲਿਊ ਦੇਖੋ, AC ਦੀ ਵੈਲਿਊ ਕੱਢਣੀ ਹੋਵੇ, ਹੁਣ ਦੇਖੋ cos R ਸਾਡੇ ਕੋਲ ਫਾਰਮੂਲਾ ਕੀ ਹੈਗਾ, cos R इज सामने वाला परपेंडिकुलर ए वाला, ठीक है, या इनू ले लेंगे, सामने वाला क्या आएगा परपेंडिकुलर, ए क्या आएगा बेस, ते आ गया हाइपोटेन्यूज, मींस DC अपॉन AC, DC अपॉन AC। ते जेडी DC दी वैल्यू है वो की है, इट इज द थिकनेस ऑफ दिस थिन फिल्म, DC के देख लो द थिकनेस ऑफ दिस थिन फिल्म, T अपॉन AC। ਇਹਦਾ मतलब AC ਦੀ ਵੈਲਿਊ ਕੀ ਆ ਜਾਏਗੀ ਸਾਡੀ ਕੋਲ, AC इज इक्वल टू T अपॉन cos R, क्लियर। AC ਦੀ ਵੈਲਿਊ ਹੋਗੀ T अपॉन cos R। सिमिलरली CB भी ਜਿਹੜਾ ਹੈ ਉਹ AC ਦੇ ਇਕੁਅਲ ਹੈ, AC इज इक्वल टू CB, क्योंकि ये रिफ्लेक्ट कर रहा है तो ਇਹਦਾ मतलब एंगल ऑफ इंसिडेंस एंगल ऑफ रिफ्लेक्शन ਦੇ ਇਕੁਅਲ ਹੈ, AC के इक्वल आ गया CB ਦੇ, ਇਹਦਾ मतलब T अपॉन cos R, AB के इक्वल आ गया which is equal to T अपॉन cos R, क्लियर। दोनों के इक्वल है T अपॉन cos R। ਹੁਣ ਇਹ ਦੋ ਵੈਲਿਊਜ਼ ਆ ਗਈਆਂ, ਹੁਣ AN ਦੀ ਵੈਲਿਊ ਕੱਢਣੀ ਹੋਵੇ ਸਾਡੇ ਕੋਲ, ਇਹ ਦੋਨੋਂ ਦੀ ਵੈਲਿਊਜ਼ ਆ ਗਈਆਂ, ਹੁਣ AN ਦੀ ਵੈਲਿਊ ਦੇਖੋ, AN ਕਿਹੜਾ ਸਾਡਾ, ਇਹ ਰਿਹਾ AN, ਇਹ ਐਂਗਲ ਹੈ ਸਾਹਮਣੇ ਵਾਲਾ ਪਰਪੈਂਡੀਕੂਲਰ ਤੇ ਇਹ ਹਾਈਪੋਟੇਨਿਊਜ਼,
ਇਹਦਾ ਮਤਲਬ ਆਪਾਂ परपेंडिकुलर और हाइपोटेन्यूज साइन कर देंगे साइन आई क्या इक्वल होता है साइन आई इज परपेंडिकुलर अपॉन हाइपोटेन्यूज मींस an अपॉन ab क्लियर। तो इधरों ਦੀ ਆਪਾਂ ਨੂੰ ਚਾਹੀਦਾ ਕੀ ਹੈਗਾ ਵੈਸੇ ਬੇਸਿਕਲੀ an ਦੀ ਵੈਲਿਊ ਚਾਹੀਦੀ ਹੈ ਤੇ an ਦੀ ਵੈਲਿਊ ਕੀ ਆ ਜਾਏਗੀ ਇਧਰੋਂ ਦੀ an is equal to bc टाइम sin i क्लियर। ਹੁਣ देखो bc ਦੀ ਵੈਲਿਊ ਜਿਹੜੀ ਹੈ the value of bc नहीं है ab सॉरी the value of ab ਦੀ ਨੂੰ ਆਪਾਂ ਇਸ ਫਾਰਮ ਵਿੱਚ ਲਿਖ ਸਕਦੇ ਹਾਂ ab is equal to sum of ad plus dv लॉजिकली देखा जाए ਆਪਾਂ ਇਵੇਂ ਲਿਖ ਸਕਦੇ ਹਾਂ ab ਨੂੰ ਕਿਵੇਂ ਲਿਖ ਸਕਦੇ ਹਾਂ ab is equal to ad plus dv ਤੇ AD ਦੀ ਵੈਲਿਊ ਆਪਾਂ ਅਗਰ ਕੱਢਣੀ ਹੋਵੇ AD ਦੀ ਵੈਲਿਊ ਹੁਣ ਦੇਖੋ ਸਾਡੇ ਕੋਲ ਇਹ ਵਾਲੀ ਟਰਮ ਪਈ ਪਤਾ ਹੈ ਸਾਨੂੰ ਥਿਕਨੈਸ ਪਤਾ ਹੈ ਇਹ ਕੱਢਣੀ ਹੈ ਐਂਗਲ ਦਿੱਤਾ ਹੋਇਆ ਮਤਲਬ ਪਰਪੈਂਡੀਕੂਲਰ ਤੇ ਇਹ ਬੇਸ ਪਰਪੈਂਡੀਕੂਲਰ ਤੇ ਬੇਸ ਨੇ ਆਪਾਂ ਨੂੰ ਕਿਹੜਾ ਐਂਗਲ ਲੈਣਾ ਹੁੰਦਾ ਪਰਪੈਂਡੀਕੂਲਰ ਤੇ ਬੇਸ ਹੀ ਹਮੇਸ਼ਾ ਆਪਾਂ ਲੈਂਦੇ tan ਮਤਲਬ tan r ਇਹ ਦੇਖੋ tan r is perpendicular means AD upon this base DC ਇਹਦਾ ਮਤਲਬ AD ਦੀ ਵੈਲਿਊ ਕੀ ਆ ਗਈ AD is equal to DC tan r which is equal to DC ਦੀ ਵੈਲਿਊ ਕੀ ਹੈਗੀ ਹੈ the value of DC is thickness T tan r clear। ਹੁਣ ਦੇਖੋ ਇਹਦਾ ਮਤਲਬ AD plus DB ਇੱਥੇ ਆਪਾਂ ਪੁੱਟ ਕਰਤਾ ਇਹ ਸਾਰਾ ਕੁਝ ਯੂਜ਼ ਕਰਨਾ ਹੁਣ ਆਪਾਂ ਇਹੀ ਯੂਜ਼ ਕਰਨਾ ਇਹ ਕੀ ਆ ਜਾਊਗਾ AB ਦੀ ਵੈਲਿਊ ਆ ਗਈ AD plus DB ਇਹਨੂੰ ਆਪਾਂ ਇਸ ਫਾਰਮ 'ਚ ਲਿਖ ਸਕਦੇ ਹਾਂ gauss AD is equal to DB 2 टाइम AD भी लिख सकते हैं this term is equivalent to this term डायग्राम थोड़ा लग रहेगा ऊपर नीचे पर ये दोनों टर्म्स ਜਿਹੜੀ ਨੇ ਉਹ ਇਕੁਅਲ ਨੇ AD ਜਿਹੜਾ ਕਿਹਦੇ ਇਕੁਅਲ ਹੈ DB ਦੇ ਇਕੁਅਲ ਅਗਰ AD DB ਦੇ ਇਕੁਅਲ ਹੈ ਤੇ AD ਦੀ ਵੈਲਿਊ ਜਿਹੜੀ ਆਈ ਹੈ T tan r ਤੇ ਇਹਦਾ ਮਤਲਬ DB ਦੀ ਵੈਲਿਊ ਵੀ ਕੀ ਹੋਏਗੀ T tan r ਕਲੀਅਰ ਇਹਦਾ ਮਤਲਬ 2 टाइम AD which is equal to 2 टाइम AD sin I clear है टर्म 2 टाइम AD sin I ਇਹਦਾ ਮਤਲਬ ਸਾਡੇ ਕੋਲ ਟਰਮ ਕੀ ਆ ਗਈ ਹੁਣ which is equal to 2 टाइम AD ਦੀ ਵੈਲਿਊ ਕੀ ਹੈਗੀ ਆ that is equal to T tan R sin I ਇਹ ਆ ਗਈ ਵੈਲਿਊ AN ਦੀ ਕਿਹਦੀ ਆ ਗਈ ਆ AN ਕਲੀਅਰ। ਹੁਣ ਸਾਡੇ ਕੋਲ ਸਭ ਤੋਂ ਪਹਿਲੇ ਆਪਾਂ ਟਰਮ ਕੱਢ ਰਹੇ ਸੀ ਪਾਥ ਡਿਫਰੈਂਸ P ਜਾਂ ਡੈਲਟਾ x ਲਿਖਿਆ ਹੋਏਗਾ ਆਪਾਂ ਠੀਕ ਹੈ P ਜਾਂ ਡੈਲਟਾ x ਠੀਕ ਹੈ ਇਹਦੀ ਵੈਲਿਊ ਕਿਹਦੇ ਇਕੁਅਲ ਕੱਢੀ ਹੋਈ ਸੀ ਚਲੋ ਡੈਲਟਾ x ਹੀ ਰੱਖ ਲੈਂਦੇ ਅਗਰ P ਲਿਖਿਆ ਤਾਂ P ਕਰ ਦਿਓ ਡੈਲਟਾ x ਲਿਖਿਆ ਤਾਂ ਡੈਲਟਾ ਕਰ ਦਿਓ ਇਹਦੀ ਵੈਲਿਊ ਕੀ ਸੀ AC plus CB mu times AC plus CB mu times minus AN सारे का सारा एयर विच सीगा क्लियर। ਹੁਣ ਸਾਡੇ ਕੋਲ AC ਦੀ ਵੈਲਿਊ ਕਿੰਨੀ ਹੈ ਵੈਲਿਊ ਆਫ AC is T upon cos r ਤੇ CB ਦੀ ਵੈਲਿਊ ਕਿੰਨੀ ਹੈ T upon cos r ਤੇ ਇਹਦਾ ਮਤਲਬ ਇਹਨੂੰ ਆਪਾਂ ਲਿਖ ਸਕਦੇ ਹਾਂ 2T upon cos r ਕਿਉਂਕਿ A ਵੀ ਸੇਮ ਬਰਾਬਰ 2T upon cos r mu minus AN ਦੀ ਵੈਲਿਊ ਕਿੰਨੀ ਆਈ ਹੈ AN ਦੀ ਵੈਲਿਊ ਹੈਗੀ ਆ AN ਦੀ ਵੈਲਿਊ ਨਹੀਂ ਆਪਾਂ ਕੱਢੀ ਆ that is 2T tan r sin I clear 2T tan r sin I ਹੁਣ ਦੇਖੋ ਤੁਹਾਨੂੰ ਮੈਂ ਬਾਅਦ ਦੱਸੂਗਾ ਇਹਨੂੰ ਕਰਨਾ ਕਿਵੇਂ ਹੈਗਾ ਇਹਨੂੰ ਈਜ਼ੀਲੀ ਇਹ ਆ ਗਿਆ 2 mu t upon cos r minus 2t tan r ਨੂੰ ਆਪਾਂ ਲਿਖ ਸਕਦੇ ਹਾਂ cos r upon cos r ਤੇ sin I mu ਦਾ ਫਾਰਮੂਲਾ ਕੀ ਸੀਗਾ sin I upon sin r ਇਹਦਾ ਮਤਲਬ sin I ਦੀ ਵੈਲਿਊ ਕਿਹਦੇ ਇਕੁਅਲ ਆ ਜਾਏਗੀ sin I is equal to mu time sin r ਇਹ ਵਾਲੀ ਵੈਲਿਊ ਚੱਕ ਕੇ ਆਪਾਂ ਇੱਥੇ ਪੁੱਟ ਕਰ ਦੇਣੀ ਹੈ sin I is equal to mu time sin r means it is equivalent to mu time sin r means sin I ਦੀ ਵੈਲਿਊ ਇੱਥੇ ਪੁੱਟ ਕਰ ਦੇਣੀ ਹੈ ਇਹ ਕੀ ਬਣ ਗਿਆ ਹੁਣ ਦੇਖੋ 2 mu t cos r 2 mu t upon cos r दोनों चो कॉमन आ रहा
2 म्यू टी अपॉन cos r कॉमन आ गया, अंदर की रहेगा 1 माइनस साइन r इंटू साइन r दैट इज इक्वल टू साइन स्क्वायर r। ਇਹਦਾ ਮਤਲਬ ਇਹ ਵਾਲੀ ਟਰਮ ਜਿਹੜੀ ਬਣ ਗਈ ਸਾਡੇ ਕੋਲ 2 म्यू टी अपॉन cos r इंटू cos स्क्वायर r, ਇੱਕ ਇਹਦੇ ਨਾਲ ਇਹ ਕੱਟ ਗਿਆ, ਸਾਡੇ ਕੋਲ ਕੀ ਆ ਗਿਆ 2 म्यू टी cos r। इट इज द पाथ डिफरेंस p और डेल्टा x। ठीक है, ये साडे कोल पाथ डिफरेंस की वैल्यू ही है। ਆਪਾਂ ਇਹ ਤੁਸੀਂ ਇਹ डायरेक्ट वैल्यू याद करके डायरेक्टली यूज कर सकते हो ਇਹ डेरिवेशन ਕਰਨ ਲਈ। ਹੁਣ ਦੇਖੋ ਇਸ ਤੋਂ ਨੈਕਸਟ ਸਟੈਪ ਦੇਖੋ, अगर ਆਪਾਂ ਇਹ ਰਿਫਲੈਕਟਡ ਰੀਜਨ ਵਾਸਤੇ ਤਿੰਨ ਰੀਜਨ ਨੇ, ਰਿਫਲੈਕਟਡ ਰੀਜਨ, ਨਾਰਮਲ ਰੀਜਨ ਤੇ ਟ੍ਰਾਂਸਮਿਟਡ ਰੀਜਨ। ਤਿੰਨ ਰੀਜਨ ਨੇ ਸਾਡੇ ਕੋਲ, ਰਿਫਲੈਕਟਡ ਰੀਜਨ, ट्रांसमिटेड एंड नॉर्मल रीजन, रिफ्लेक्टेड, ट्रांसमिटेड एंड नॉर्मल। हुण देखो फॉर रिफ्लेक्टेड रीजन जिहड़ियां रेस ने ना, ये वालियां रेस ने ये ना एक्स्ट्रा पाथ कवर करी है λ/2, क्योंकि ये देखो इधरों दी अंदर तो रिफ्लेक्ट जा रही है, ये रिफ्लेक्ट करके इधर जा रही है, इन्हें उस टाइम तक एक्स्ट्रा पाथ कवर किया है। ठीक है, रिफ्लेक्टेड रीजन वास्ते जेड़ा डेल्टा एक्स है नेट, इट कवर्स एक्स्ट्रा पाथ दैट इज λ/2। ठीक है, λ/2 पाथ ਨੂੰ एक्स्ट्रा कवर कर रहा है। ठीक है, टोटल का हाफ वो एक्स्ट्रा कवर कर रहा है। ये मतलब साडे को जी डेल्टा एक्स आएगी नेट ट्रांस टोटल वास्ते, एक ही आ जाएगी 2 म्यू टी cos r प्लस λ/2। एक क्लियर है टर्म। हुण देखो यही आपां हुण डेल्टा एक्स नेट रिफ्लेक्टेड रीजन दे कंस्ट्रक्टिव ते डिस्ट्रक्टिव वास्ते अगर करना होवे, किहदे वास्ते फॉर कंस्ट्रक्टिव एंड डिस्ट्रक्टिव, कंस्ट्रक्टिव ते डिस्ट्रक्टिव वास्ते करना होवे, कंस्ट्रक्टिव ते डिस्ट्रक्टिव वास्ते करना होवे, फिर की टर्म बन जाएगी कंस्ट्रक्टिव वास्ते 2 म्यू टी cos r प्लस λ/2 इज इक्वल टू n लैम्डा। ठीक है, ये ਆਪਾਂ ਫਾਰਮੂਲਾ ਕੀਤਾ ਹੈ, ਇਹਦਾ मतलब 2 म्यू टी cos r ਦੀ वैल्यू ਕੀ ਆ ਜਾਏਗੀ, ये उस साइड गया 2n माइनस 1 n लैम्डा माइनस λ/2, 2n माइनस 1 λ/2, ये साडे कोल टर्म बन जाएगी। ते डिस्ट्रक्टिव वास्ते की बन जाएगा, डिस्ट्रक्टिव वास्ते बन जाएगा 2 म्यू टी cos r प्लस λ/2। ਆਪਾਂ पढ़े यार डिस्ट्रक्टिव वास्ते इंटरफेरेंस की वैल्यू कितनी दिया 2n माइनस 1 λ/2। अगर n की वैल्यू 0 पुट करिए तो 0 आ जाएगा, इतने 0 पुट करिए माइनस, इन्हों पर एवं करते प्लस रख देंगे हैं, फिर n इज इक्वल टू 0 1 2 सो ऑन, वेयर n इक्वल टू 0 1 2 एंड सो ऑन। ये मतलब ये वाली टर्म की बन जाएगी 2 म्यू टी cos r इज इक्वल टू, ये उस साइड जाके माइनस होगी। ठीक है, ये कट गया, साडे कोल की रह जाएगा, वी आर लेफ्ट विद ओनली n लैम्डा। ठीक है, साडे कोल की आ जाएगी n लैम्डा। क्लियर है टर्म। नेक्स्ट देखो, नेक्स्ट इज फॉर ये आ गया रिफ्लेक्टेड रीजन का। हुण आपां किहड़ा करना है, हुण आपां करना ट्रांसमिटेड रीजन का, नीचे वाला। ठीक है, फॉर ट्रांसमिटेड रीजन, ट्रांसमिटेड रीजन वास्ते कोई मतलब कि पाथ, मतलब कि एडिशनल पाथ ऐड नहीं होता। ਇਹਦਾ मतलब डेल्टा एक्स नेट फॉर ट्रांसमिटेड रीजन इज डेल्टा एक्स नेट, ओके, देखो लगेगा 2 म्यू टी cos r ਦੇ ਵਾਸਤੇ। ठीक है, ਇਹਦਾ मतलब कि कंस्ट्रक्टिव ਦੇ ਵਾਸਤੇ ਕੀ ਆਏਗਾ, ਇਹਦਾ कंस्ट्रक्टिव वास्ते डेल्टा एक्स नेट इज इक्वल टू 2 म्यू टी cos r विच इज इक्वल टू n लैम्डा। ते डिस्ट्रक्टिव वास्ते डेल्टा एक्स नेट इज इक्वल टू 2 म्यू टी cos r इज इक्वल टू 2n प्लस 1 λ/2। ठीक है, ये उधर गया, हाँ
ਇਹ ਕਲੀਅਰ ਹੋ ਗਈ ਟਰਮ। ਹੁਣ ਦੇਖੋ ਆਪਾਂ ਧਿਆਨ ਨਾਲ ਦੇਖੀਏ, ਇਹ ਦੇਖੋ ਇਹਦਾ ਡਿਸਟਰਕਟਿਵ ਦੀ ਵੈਲਿਊ ਤੇ ਇਹਦੇ ਕੰਸਟਰਕਟਿਵ ਦੀ ਵੈਲਿਊ ਸੇਮ ਆ ਰਹੀ ਹੈ। अगर आप इत्थे देखिए ਇਹਦੇ ਕੰਸਟਰਕਟਿਵ ਤੇ ਇਹਦੇ ਡਿਸਟਰਕਟਿਵ ਦੀ ਵੈਲਿਊ ਵੀ ਸੇਮ ਆ ਰਹੀ ਹੈ। अगर ਆਪਾਂ ਇਹ ਵਾਲਾ ਰੀਜਨ n इक्वल टू 0 ਤੋਂ ਸਟਾਰਟ ਕਰੀਏ ਤਾਂ n अगर 0 ਤੋਂ ਸਟਾर्ट करिए, ਇਹ n 1 ਤੋਂ ਸਟਾर्ट कर रहे हैं, ਇੱਥੇ n ਦੀ ਵੈਲਿਊ 1 ਤੋਂ ਸਟਾर्ट ਹੋਏਗੀ ਤਾਂ ਹੀ ਉਹ λ/2 ਤੋਂ ਆਏਗਾ। ਠੀਕ ਹੈ, ਇੱਥੇ n ਦੀ ਵੈਲਿਊ 1 ਤੋਂ ਸਟਾर्ट ਕੀਤੀ ਹੈ। ठीक है, ਇੱਥੇ n ਦੀ ਵੈਲਿਊ ਕਿੰਨੇ ਤੋਂ ਸਟਾर्ट ਕੀਤੀ ਹੈ 1 2 3। ठीक है, ਇਹ अगर 0 ਤੋਂ ਸਟਾर्ट करिए, ਇਹਦੀ ਵੈਲਿਊ ਤੇ ਇਹਦੀ ਵੈਲਿਊ ਕੀ ਆ ਰਹੀ ਹੈ ਸੇਮ। ਇਹ ਕਲੀਅਰ ਹੋਈ ਟਰਮ। ਹੁਣ ਲਾਸਟ ਜਿਹੜਾ ਕਰਨਾ ਹੈ ਫॉर नॉर्मल, ਇਹਦਾ ਮਤਲਬ ਕਿ ਇਹ ਇੱਕ ਦੂਸਰੇ ਤੋਂ ਕੀ ਕਰ ਰਿਹਾ ਹੈ ਕੰਪਲੀਮੈਂਟਰੀ ਨੇ। ਠੀਕ ਹੈ, ਇਨ ਰਿਫਲੈਕਟਿਡ ਤੇ ਟ੍ਰਾਂਸਮਿਟਡ ਰੀਜਨ ਇੱਕ ਦੂਸਰੇ ਤੋਂ ਕੀ ਨੇ ਕੰਪਲੀਮੈਂਟਰੀ ਨੇ, ਕਿਉਂਕਿ ਇਹਨਾਂ ਦਾ ਕੰਸਟਰਕਟਿਵ ਇਹਦਾ ਡਿਸਟਰਕਟਿਵ ਇਹਦਾ ਡਿਸਟਰਕਟਿਵ ਇਹਦਾ ਕੰਸਟਰਕਟਿਵ ਸੇਮ ਬਣਦੇ ਹੁੰਦੇ ਆ। ਠੀਕ ਹੈ, ਹੁਣ ਲਾਸਟ ਜਿਹੜਾ ਰਹਿ ਗਿਆ ਦੈਟ ਇਜ਼ ਨਾਰਮਲ ਰੀਜਨ। ਨਾਰਮਲ ਰੀਜਨ ਵਾਸਤੇ r ਦੀ ਵੈਲਿਊ ਤਾਂ 0 ਹੀ ਹੋਗੀ। अगर r की वैल्यू 0 होगी cos r 0 हो गया। अगर cos r 0 हो गया तो डेल्टा x नेट के इक्वल आ गया 2 म्यू t। ठीक है, 2 म्यू t इक्वल आ गया। फिर कंस्ट्रक्टिव डिस्ट्रक्टिव वास्ते वही जनरल कंडीशन ले लेनी जी भी आएगी। ठीक है, दिस इज ऑल अबाउट इन इंटरफेरेंस इन थिन फिल्म। ये इंपॉर्टेंट टॉपिक है तो ये काफ़ी लेंथी टॉपिक है। मैं तुहानू स्टैप बाय स्टैप पूरी डिटेल में ये PhD करवाती है कि हाँ किधरों की चीज़ आती होंगी है। ये क्लीयर है टा जी। अज असी जनरल इंटरफेरेंस के उत्ते काफ़ी डिस्कशन की है। ठीक है, इंटरफेरेंस जी टर्म ना, ठीक है, उन्होंने आप रैप अप कर रहे हैं हम। ठीक है, इंटरफेरेंस के आप अज किया की है, सब तो पहले तो आप कंजरवेशन लॉ के उत्ते थोड़ी जी चर्चा की सी। कंजरवेशन लॉ, कंजरवेशन लॉ नाम तो चल रहा मीनस टोटल टर्म जी भी है, टोटल कंजरवेशन लॉ आप एनर्जी के उत्ते किया in interference। ये वाला total energy is conserved in interference, भावें जिस मर्जी फॉर्म से आप यूज करिए। ਆਪਾਂ ਹੁਣ ਕਿਹਾ ਕਿ ਫॉर एग्जांपल ਸਾਡੇ ਕੋਲ ਜਿਹੜੀ ਲਾਈਟ ਸੀ, ਦੋ ਸੋਰਸਿਸ ਦੀ ਲਾਈਟ ਸੀ, ਇਹ ਦੋਨੋਂ ਇੱਕ ਵਾਰ ਮੈਕਸਿਮਮ ਮਿਨੀਮਮ ਬਣਾ ਰਹੀਆਂ ਜਾਂ ਮੈਕਸਿਮਮ ਬਣਾ ਰਹੀ ਹੈ ਮਿਨੀਮਮ ਬਣਾ ਰਹੀ ਹੈ। ਇੱਕ ਵਾਰ ਆਪਾਂ कहता कि ਇਹ ਮੈਕਸਿਮਮ ਬਣਾ ਰਹੀ ਹੈ, ਹੁਣ ਕੀ ਪਤਾ ਮੈਕਸਿਮਮ ਬਣਾ ਰਹੀ ਹੈ। ਅਗਰ ਮੈਕਸਿਮਮ ਬਣਾ ਰਹੀ ਹੈ ਤੇ ਉਹਦੀ ਵੈਲਿਊ ਕੀ ਆ ਜਾਏਗੀ, ਉਹਦੀ ਵੈਲਿਊ ਆ ਜਾਏਗੀ a1 ਸਕੁਅਰ प्लस a2 ਸਕੁਅਰ प्लस 2a1 a2 ਦਾ ਹੋਲ ਸਕੁਅਰ। ਇਸ ਫਾਰਮ ਲਿਖ ਦਿੰਦੇ ਜਾਂ ਫਿਰ ਤੇ i ਮਿਨੀਮਾ ਦੀ ਵੈਲਿਊ ਕਿੰਨੀ ਸੀਗੀ a1 a2 ਦਾ ਹੋਲ ਸਕੁਅਰ। ਇਸ ਫਾਰਮ ਸੀ ਤੇ ਆਪਾਂ ਫਿਰ ਉਸ ਤੋਂ ਬਾਅਦ ਐਵਰੇਜ ਕੱਢਿਆ ਸੀਗਾ, ਯਾਦ ਹੋਏਗਾ। ਹੁਣੀ ਆਪਾਂ ਕੀਤਾ i max प्लस i minimum डिवाइड बाय 2। ਇਹ ਸੋਲਵ ਕਰਕੇ ਸਾਡੇ ਕੋਲ ਆ ਗਿਆ ਸੀ a1 ਸਕੁਅਰ प्लस a2 ਸਕੁਅਰ। ਸਿਮਿਲਰਲੀ ਅਗਰ ਆਪਾਂ ਕਹੀਏ ਕਿ ਉਹ ਮੈਕਸਿਮਮ ਮਿਨੀਮਮ ਨਹੀਂ ਬਣਾ ਰਿਹਾ, देयर इज नो इंटरफेरेंस, मतलब ਉਹ ਕੋਈ ਵੀ ਮੈਕਸਿਮਮ ਮਿਨੀਮਮ ਦੀ ਕੰਡੀਸ਼ਨ ਨੂੰ ਫੋਲੋ ਨਹੀਂ ਕਰ ਰਿਹਾ, ਤਾਂ ਇਹਦਾ ਮਤਲਬ ਇੰਟੈਂਸਿਟੀ ਹਰ ਇੱਕ ਲਾਈਟ ਦੀ ਆਪਣੀ ਆਪਣੀ ਹੋਏਗੀ i1 plus i2 which is equal to a1 square plus a2 square। ਆਪਾਂ ਕੀ ਦੇਖਿਆ ਕਿ ਅਗਰ ਉਹ ਮੈਕਸਿਮਮ ਮਿਨੀਮਮ ਕੰਡੀਸ਼ਨ ਬਣਾ ਰਹੇ ਜਾਂ ਮੈਕਸਿਮਮ ਮਿਨੀਮਮ ਕੰਡੀਸ਼ਨ ਨਾ ਬਣਾਵੇ, ਉਹਦੇ ਐਂਪਲੀਟਿਊਡ ਦੀ ਵੈਲਿਊ a1 square plus a2 square ਹੀ ਰਹਿ ਰਹੀ ਹੈ ਦੋ ਸੋਰਸ ਆਫ ਲਾਈਟ ਵਾਸਤੇ। ਕਲੀਅਰ ਹੈ, which prove that it follows laws of conservation of energy। ਠੀਕ ਹੈ, ਇਸ ਤੋਂ ਬਾਅਦ ਆਪਾਂ ਆ ਗਏ ਸੀ ਥਿਨ ਫਿਲਮ ਦੇ ਉੱਤੇ, ਜੋ ਕਿ ਕਾਫੀ ਲੰਬਾ ਚੌੜਾ टॉपिक है। ठीक है, ਇਹਦਾ ਕਨਸੈਪਟ ਸਮਝਣਾ ਡਿਫਿਕਲਟ ਸੀਗਾ ਪਾਥ ਡਿਫਰੈਂਸ ਦਾ। ਤੇ ਪਾਥ ਡਿਫਰੈਂਸ ਦੀ ਵੈਲਿਊ ਮੈਂ ਤੁਹਾਨੂੰ ਸਿੱਧਾ ਡਾਇਰੈਕਟਲੀ ਦੱਸ ਦਿੰਦਾ। ਪਾਥ ਡਿਫਰੈਂਸ ਦੀ ਵੈਲਿਊ ਦੈਟ ਇਜ਼ ਇਕੁਅਲ ਟੂ 2 μ t cos r। ਇਹ ਵਾਲੀ ਵੈਲਿਊ ਯਾਦ ਕਰਨੀ ਹੈ 2 μ t cos r। ਕਲੀਅਰ, ਹੁਣ ਜਿਹੜੀ 2 μ t cos r ਹੈਗੀ ਹੈ, ਇਸ ਤੋਂ ਬਾਅਦ ਫਿਰ ਤੁਸੀਂ ਕਰਨਾ ਹੈਗਾ ਕਿ ਇਹ ਰਿਫਲੈਕਟਿਡ ਰੀਜਨ ਵਾਸਤੇ, ਠੀਕ ਹੈ, ਰਿਫਲੈਕਟਿਡ ਰੀਜਨ ਵਾਸਤੇ ਇਹਦੇ ਵਿੱਚ ਪਾਥ ਡਿਫਰੈਂਸ ਜਿਹੜਾ ਹੈਗਾ ਐਡੀਸ਼ਨਲ ਪਾਥ ਡਿਫਰੈਂਸ ਆ ਜਾਂਦਾ that is lambda by 2। ਇਹ ਕੰਸਟਰਕਟਿਵ ਤੇ ਡਿਸਟਰਕਟਿਵ ਦੋਨਾਂ ਵਿੱਚ ਆਪਾਂ ਐਡ ਕਰ ਦੇਣੀ ਹੈ। ਉਸ ਤੋਂ ਬਾਅਦ ਆ ਗਿਆ ਸੀਗਾ ਟ੍ਰਾਂਸਮਿਟਡ, ਇਹਦੇ ਵਿੱਚ no additional path difference। ਠੀਕ ਹੈ, ਹੁਣ ਇਹ lambda by 2 ਤੇ ਇਹ 0। lambda ਜਿਹੜਾ ਹੁੰਦਾ ਉਹ ਕੀ ਹੁੰਦਾ ਮੀਨਸ 360 ਡਿਗਰੀ ਇਸ ਫਾਰਮ 'ਚ। ਠੀਕ ਹੈ, ਅਗਰ ਇਹ ਇਹਨਾਂ ਦੇ ਵਿੱਚ ਇਸ ਫਾਰਮ 'ਚ ਆ ਰਿਹਾ, ਇਹਦਾ ਮਤਲਬ ਕਿ ਇਹਦਾ ਕੰਸਟਰਕਟਿਵ ਇਹਦਾ ਡਿਸਟਰਕਟਿਵ ਹੋ ਗਿਆ, ਇਹਦਾ ਡਿਸਟਰਕਟਿਵ ਇਹਦਾ ਕੰਸਟਰਕਟਿਵ ਬਣਾ ਰਿਹਾ ਸੀਗਾ। ਇਹਦਾ ਮਤਲਬ ਕਿ ਇਹ ਕੀ ਬਣਾ ਰਹੇ ਸੀ, ਦੇ ਆਰ ਸਪਲੀਮੈਂਟ। ਲਾਸਟ ਨਾਰਮਲ, ਨਾਰਮਲ ਕੀ ਹੁੰਦਾ ਮੀਨਸ ਪਰਪੈਂਡੀਕੂਲਰ, ਇਦਾਂ ਚਲੀ ਗਈ ਰੇ। ਠੀਕ ਹੈ, ਰੇ ਆਈ ਨਾਰਮਲ ਪਰਪੈਂਡੀਕੂਲਰ ਚਲੀ ਗਈ। ਠੀਕ ਹੈ, ਪਰਪੈਂਡੀਕੂਲਰ ਜਾਏ ਤੇ r ਦੀ ਵੈਲਿਊ 0। ਅਗਰ r 0 ਫਿਰ 2 μ t ਆ ਗਿਆ, ਕਿਉਂਕਿ cos r ਕੀ ਆ ਗਿਆ that is equal to 1। फिर अगर वो रिफ्लेक्ट करेगा,
नॉर्मल ਦੇ ਵਿੱਚ ਦੇਖੋ ਦੋ ਕੇਸ ਬਣਨਗੇ, ਅਗਰ ਉਹ ਰਿਫਲੈਕਟ ਕਰੇਗਾ ਐਡੀਸ਼ਨਲ ਪਾਥ ਡਿਫਰੈਂਸ λ/2, ਅਗਰ ਉਹ ਰਿਫਲੈਕਟ ਕੰਸਟਰਕਟਿਵ ਵਾਸਤੇ ਤੇ ਡਿਸਟਰਕਟਿਵ ਵਾਸਤੇ ਤੁਸੀਂ ਕੇਸ ਕਰ ਦਿੰਦੇ ਆ। ਤੇ ਨਾਰਮਲ ਦੇ ਵਿੱਚ ਟਰਾਂਸਮਿਟਡ ਅਗਰ ਹੋਏਗਾ, ਟਰਾਂਸਮਿਟ ਕਰ ਰਿਹਾ, ਠੀਕ ਹੈ, नो पाथ डिफरेंस सेम रहेगा। क्लीयर है, वही बेसिक टर्म्स। ਹੁਣ ਦੇਖੋ ਇਹ ਟੌਪਿਕ ਇੰਪੋਰਟੈਂਟ ਹੈ, ਇਹਨੂੰ ਜ਼ਰੂਰ ਟਰਾਈ ਕਰੋ। ਜੇ ਤੁਹਾਨੂੰ ਫਿਰ ਵੀ ਇਸ ਟੌਪਿਕ ਦੇ ਵਿੱਚ ਕੋਈ ਵੀ ਡਾਊਟ ਜਾਂ ਕੋਈ ਵੀ ਪ੍ਰੋਬਲਮ ਆ ਰਹੀ ਹੈ, ਠੀਕ ਹੈ, ਸਾਡੇ WhatsApp ਨੰਬਰ ਤੇ ਜਾਂ ਈਮੇਲ ਆਈਡੀ ਤੇ ਤੁਸੀਂ ਪੁੱਛ ਸਕਦੇ ਹੋ। ਤਦ ਤੱਕ ਲਈ ਧੰਨਵਾਦ, ਥੈਂਕ ਯੂ ਸੋ ਮਚ।